ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਦਾਸ ਫਤਿਹ ਬੁਲਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਨਹੀਂ, ਜਾਗਦੀ ਜੋਤ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰਗੁਣ ਔਰ ਸਰਗੁਣ ਸਰੂਪ ਹੈ। ਅੱਜ ਦੀ ਵਿਚਾਰ ਜਿਹੜੀ ਦਾਸ ਦੀ ਉਹ ਹੈ ਵੀ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਥਾਵਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਟਕਾ ਸਾਹਿਬ ਦੀ ਬਾਣੀ ਦੀ ਨਰਾਦਰੀ ਜਿਹੜੀ ਹੈ ਉਹ ਘੋਰ ਨਰਾਦਰੀ ਹੋ ਰਹੀ ਹੈ। ਬਚਨ ਆਪਣਾ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਕੋਈ ਸ਼ੱਕ ਨਹੀਂ ਕਿ ਜੀਂਦਿਆਂ ਦੀ ਪਤ ਅੱਜ ਨਹੀਂ ਲਹਿ ਰਹੀ। ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਬੇਅਦਬੀ ਥਾਂ ਥਾਂ ਤੇ ਅੱਜ ਵੀ, ਰਾਜਸਥਾਨ ਦੀ ਘਟਨਾ, ਕਦੇ ਕਿਤੋਂ ਦੀ ਘਟਨਾ, ਕਦੇ ਕਿਤੋਂ ਦੀ ਘਟਨਾ। ਕੱਲ ਪਰਸੋਂ ਇੱਕ ਵੀਡੀਓ ਆਈ, ਸੁੰਦਰ ਗੁਟਕਾ ਸਾਹਿਬ, ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ, ਨਿਤਨੇਮ ਦਾ ਗੁਟਕਾ ਸਾਹਿਬ, ਕਿਸੇ ਦੁਸ਼ਟੇ ਪਰਿਵਾਰ ਨੇ ਕੂੜੇ ਦੇ ਵਿੱਚ ਉਵੇਂ ਸੁੱਟਿਆ ਤੇ ਅੱਗ ਲਾਈ ਹੈ। ਇੱਕ ਮਾਈ ਦਿਖਾ ਰਹੀ ਹੈ, ਪਰ ਕਾਰਨ ਕੀ ਹੈ? ਕਾਰਨ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ, ਚਾਹੇ ਮੈਂ ਵੀ ਆ, ਸਿੱਖ ਮਤਬਲੀ ਹੋ ਗਿਆ। ਹਰੇਕ ਆਪੋ ਆਪਣੇ ਮਤਬਲ ਨਾਲ ਜੁੜ ਗਿਆ। ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਇਹਦੇ ਵਿੱਚ, ਉਹ ਜ਼ਿੰਮੇਵਾਰੀ ਬਣਦੀ ਆ ਸ਼੍ਰੋਮਣੀ ਕਮੇਟੀ ਦੀ, SGPC ਦੀ। ਨੰਬਰ 2 ਤੇ ਜ਼ਿੰਮੇਵਾਰੀ ਬਣਦੀ ਹੈ ਸਮੂਹ ਸੰਪਰਦਾਵਾਂ ਦੀ, ਸਮੂਹ ਜਥੇਬੰਦੀਆਂ ਦੀ। ਅੱਜ ਮੈਂ ਗੱਲ ਨਿਸ਼ਚੈ ਨਾਲ ਕਹੂੰਗਾ ਕਿ ਸਾਡੀ SGPC ਸ਼੍ਰੋਮਣੀ ਕਮੇਟੀ ਔਰ ਸਾਡੀਆਂ ਸੰਪਰਦਾਵਾਂ, ਸਮੂਹ ਜਥੇਬੰਦੀਆਂ, ਇਹ ਸਤਿਕਾਰਯੋਗ ਹੈ। ਮੈਂ ਨਿੰਦਿਆ ਨਹੀਂ ਕਰ ਰਿਹਾ, ਪਰ ਹਕੀਕਤ ਕਹਿ ਰਿਹਾ, ਸੱਚਾਈ ਵਿੱਚ ਕਹਿ ਰਿਹਾ। ਇੱਥੇ ਇਹ ਨਾ ਗੱਲ ਸੋਚੋ ਵੀ ਸੰਪਰਦਾਵਾਂ ਦੀ ਮੈਂ ਕੋਈ ਨਿੰਦਿਆ ਕਰ ਰਿਹਾ। ਸੰਪਰਦਾਵਾਂ ਧੰਨ ਹੈ, ਮੈਂ ਵੀ ਇੱਕ ਸੰਪਰਦਾਇ ਦੇ ਵਿੱਚੋਂ ਆ, ਦਮਦਮੇ ਟਕਸਾਲ ਚੋਂ ਆ। ਪਰ ਅੱਜ ਜਿੰਨੀਆਂ ਵੀ ਸੰਪਰਦਾਵਾਂ ਜਥੇਬੰਦੀਆਂ, ਉਹਨਾਂ ਦੇ ਆਗੂ, ਸ਼੍ਰੋਮਣੀ ਕਮੇਟੀ SGPC ਦੇ ਪ੍ਰਧਾਨ ਜਾਂ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਸਤਿਕਾਰਯੋਗ ਹੈ, ਮੈਂ ਸਤਿਕਾਰ ਕਰਦਾ। ਪਰ ਸਭ ਮਤਬਲ ਨਾਲ ਜੁੜ ਗਏ, ਅੱਜ ਮਤਬਲ ਦੇ ਨਾਲ ਜੁੜੇ ਹੋਏ ਆ। ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ ਤੇ ਅਸੀਂ ਚੁੱਪ ਕਰਕੇ, ਹੁਣ ਤੇ ਇੱਥੋਂ ਤੱਕ ਕਿ ਵੀ ਲੋਕਾਂ ਨੇ ਐਦਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਲਿਆ, ਜਾਂ ਜਿਹੜੇ ਗੁਟਕਾ ਸਾਹਿਬ ਹੈ, ਛੋਟੀਆਂ ਪੋਥੀਆਂ, ਉਹਨਾਂ ਨੂੰ ਇਦਾਂ ਸਮਝ ਲਿਆ ਜਿਵੇਂ ਆਪਾਂ ਸਕੂਲ ਦੀਆਂ ਕਿਤਾਬਾਂ ਹੁੰਦੀਆਂ। ਮੇਰੇ ਖਿਆਲ ਕਿਤਾਬਾਂ ਦਾ ਵੀ ਲੋਕ ਜ਼ਿਆਦਾ ਸਤਿਕਾਰ ਕਰਦੇ ਹੋਣਗੇ। ਜਿਵੇਂ ਆ ਮੇਰੇ ਕੋਲ ਇੱਕ ਵਿਚਾਰ ਚੰਦਰ ਉਹਦੇ ਗ੍ਰੰਥ ਹੈ, ਹਿੰਦੀ ਦਾ ਗ੍ਰੰਥ ਹੈ, ਇਦਾਂ ਦੇ ਗੁਟਕੇ ਸਾਹਿਬ ਹੈ। ਤੇ ਲੋਕ ਕੀ ਕਰਦੇ ਆ ਵੀ ਉਹਨਾਂ ਨੂੰ ਐ ਸੁੱਟੀ ਜਾਂਦੇ ਆ, ਪੜ ਪੜ ਕੇ ਸੁੱਟ ਰਹੇ ਆ, ਅੱਗ ਦੇ ਵਿੱਚ ਅਗਨ ਭੇਟ ਕਰ ਰਹੇ ਆ। ਪਰ ਸਾਡੀ ਜਿਹੜੀ ਮੁੱਖ ਜਥੇਬੰਦੀ ਹੈ ਸ਼੍ਰੋਮਣੀ ਕਮੇਟੀ SGPC, ਇਹ ਕੇਵਲ ਮਾਇਆ ਨਾਲ ਜੁੜ ਗਈ ਹੈ, ਪੈਸੇ ਨਾਲ ਜੁੜ ਗਈ ਹੈ, ਚੌਧਰ ਨਾਲ ਜੁੜ ਗਈ ਹੈ। ਸਾਡੀਆਂ ਜਿਹੜੀਆਂ ਜਥੇਬੰਦੀਆਂ, ਸੰਪਰਦਾਵਾਂ ਤੇ ਸੰਪਰਦਾਵਾਂ ਦੇ ਸਾਡੇ ਜਿਹੜੇ ਆਗੂ ਹੈ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿੱਥੇ ਬੇਅਦਬੀ ਹੋ ਰਹੀ ਹੈ, ਕਿਵੇਂ ਹੋ ਰਹੀ ਹੈ। ਉਹਨਾਂ ਨੂੰ ਕੇਵਲ ਤੇ ਕੇਵਲ ਆਪਣੀਆਂ ਜਥੇਬੰਦੀਆਂ 'ਚ ਮੈਨੂੰ ਗੱਲ ਕਹਿਣੀ ਪੈਣੀ ਹੈ ਵੀ ਅਸੀਂ ਆਗੂ ਹੈ, ਸਾਡੀ ਸੇਵਾ ਚੰਗੀ ਹੋ ਰਹੀ ਹੈ, ਸਾਨੂੰ ਚੰਗੀਆਂ ਗੱਡੀਆਂ ਮਿਲੀਆਂ। ਮੈਂ ਇਹਦਾ ਵਿਰੋਧ ਨਹੀਂ ਕਰਦਾਗਾ। ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਸੰਪਰਦਾਵਾਂ, ਮੈਂ ਕਹਿੰਦਾ ਵੀ ਗੱਡੀਆਂ ਹੋਣੀਆਂ ਚਾਹੀਦੀਆਂ। ਜਿੰਨੇ ਸਾਡੇ ਗਿਆਨੀ ਆ, ਵਿਦਵਾਨ ਆ, ਵਿੱਚ ਭਾਵੇਂ ਮੈਂ ਵੀ ਆ ਗਿਆ, ਕਿਉਂਕਿ ਮੈਂ ਜਿੰਨੇ ਜੋਗਾ ਹੈਗਾ ਉਹ ਮੈਂ ਸੰਗਤ ਦੇ ਮੂਹਰੇ ਸਾਰੀ ਗੱਲ ਰੱਖ ਰਿਹਾ। ਦੇਖੋ, ਕਿਉਂਕਿ ਮੇਰੇ ਮਗਰ ਉਨੀ ਸੰਗਤ ਨਹੀਂ ਕਿ ਮੈਂ ਅੱਜ ਕਹਿ ਦੇਵਾਂ ਕਿ ਮੈਂ ਫਲਾਣੇ ਥਾਂ ਤੇ ਧਰਨਾ ਦੇਣਾ, ਉੱਥੇ ਜਾ ਕੇ ਬਹਿਣਾ ਵੀ ਸੰਗਤ 'ਚ ਹੀ ਆ ਜਾਓ। ਪਹਿਲੀ ਗੱਲ, ਜਿਹੜੇ ਪਹਿਲੇ ਧਰਨਿਆਂ ਦੇ ਮੁਖੀ ਸੀ, ਉਹਨਾਂ ਨੇ ਸੰਗਤ ਦਾ ਵਿਸ਼ਵਾਸ ਚੁੱਕ ਦਿੱਤਾ। ਅੱਜ ਕੋਈ ਆਉਂਦਾ ਹੀ ਨਹੀਂਗਾ। ਦੂਜੀ ਗੱਲ, ਮੇਰੇ ਮਗਰ ਨਹੀਂ ਕੋਈ ਆਉਣਾ। ਅਕਾਲ ਤਖਤ ਸਾਹਿਬ ਦਾ ਜਥੇਦਾਰ, SGPC ਦਾ ਪ੍ਰਧਾਨ, ਸਮੂਹ ਸੰਪਰਦਾਵਾਂ ਇਕਮੁੱਠ ਹੋ ਕੇ
ਸਾਰੇ ਪੰਜਾਬ ਨੂੰ ਹਿਲਾ ਸਕਦੀਆਂ? ਪੰਜਾਬ ਕੀ ਪੂਰੀ ਦੁਨੀਆ ਨੂੰ ਹਿਲਾ ਸਕਦੀਆਂ? ਕੀ ਨਹੀਂ ਹੋ ਸਕਦਾ? ਪਰ ਅਸੀਂ ਜੁੜ ਗਏ ਆਪਣੇ ਪੇਟ ਨਾਲ, ਆਪਣੇ ਸਵਾਦ ਨਾਲ, ਆਪਣੀਆਂ ਜਥੇਬੰਦੀਆਂ ਨੂੰ ਅੱਗੇ ਚਲਾਉਣ ਦੇ ਲਈ, ਔਰ ਆਪਣੀ ਚੌਧਰ ਨਾਲ ਸਾਨੂੰ ਉਹ ਚੀਜ਼ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਜੁੜ ਗਈ ਹੈ ਮਾਇਆ ਨਾਲ। ਗੁਰੂ ਘਰਾਂ ਦੇ ਜਿਹੜੇ ਪ੍ਰਬੰਧਕ ਆ, ਉਹਨਾਂ ਪ੍ਰਬੰਧਕਾਂ ਦੇ ਨਾਲ ਮਾਇਆ ਗੋਲਕ ਵਿੱਚ ਕਿਵੇਂ ਆਉਂਦੀ ਹੈ, ਤੇ ਕਿਵੇਂ ਐਸਜੀਪੀਸੀ ਨੂੰ ਅਸੀਂ ਅੱਗੇ ਚਲਾਉਣਾ, ਤੇ ਕਿਵੇਂ ਅਸੀਂ ਵੋਟਾਂ ਇਕੱਠੀਆਂ ਕਰਨੀਆਂ। ਛੱਡੋ ਕਾਂਗਰਸ ਤੇ ਛੱਡੋ ਅਕਾਲੀ ਲੀਡਰ, ਉਹਨਾਂ ਤੱਕ ਤੇ ਤੁਸੀਂ ਬਿਲਕੁਲ ਵੀ ਭਰੋਸਾ ਨਾ ਰੱਖੋ ਜਿਨ੍ਹਾਂ ਨੇ ਗੁਟਕਾ ਸਾਹਿਬ ਫੜ ਕੇ ਕੈਪਟਨ ਵਰਗਿਆਂ ਨੇ। ਆਹ ਗੁਟਕਾ ਸਾਹਿਬ ਮੇਰੇ ਹੱਥ ਵਿੱਚ, ਇੱਥੋਂ 20 ਕਿਲੋਮੀਟਰ ਦਮਦਮਾ ਸਾਹਿਬ ਦੀ ਧਰਤੀ ਆ। ਮਹੀਨੇ ਵਿੱਚ ਮੈਂ ਨਸ਼ੇ ਬੰਦ ਨਾ ਕਰਾਵਾਂਗਾ ਤੇ ਮੈਂ ਦੀ ਸਹੁੰ ਖਾਨਾ। ਇਹ ਲੋਕ ਤੇ ਬੁੱਧੂ ਬਣਾਉਂਦੇ, ਛੱਡੋ ਉਹਨਾਂ ਨੂੰ। ਪਰ ਇੱਥੇ ਜ਼ਿੰਮੇਵਾਰੀ ਜਿਹੜੀ ਆ ਐਸਜੀਪੀਸੀ ਦਾ ਪ੍ਰਧਾਨ ਤੇ ਅਕਾਲ ਤਖਤ ਦਾ ਜਥੇਦਾਰ ਸਮੂਹ ਸੰਗਤ ਨੂੰ ਉੱਥੋਂ ਹੁਕਮ ਕਰੇ ਵੀ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ। ਕੀ ਗੱਲ ਆ ਭਾਈ? ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਧਰਨੇ ਲੱਗਣ, ਇਸ ਤਰ੍ਹਾਂ ਦਾ ਸਮਾਂ ਉਲੀਕਿਆ ਜਾਵੇ। ਇੱਕ ਦਿਨ ਦੇ ਵਿੱਚੋਂ ਜਿਹੜੇ ਪਰਿਵਾਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਆਪਾਂ ਨੂੰ ਪਤਾ ਹੈ ਉਹ ਪਰਿਵਾਰ ਦੇ ਪ੍ਰਤੀ ਕੀ ਐਕਸ਼ਨ ਲਿਆ। ਐਕਸ਼ਨ ਇੱਕੋ ਹੀ ਸੀ, ਲੰਮੇ ਪਾ ਕੇ ਵੀਡੀਓ ਬਣਾਈ ਜਾਂਦੀ ਤੇ ਉਹਨਾਂ ਦੀ ਪਿੱਠ ਤੇ ਉਹ ਡਾਂਗ ਫੇਰਨੀ ਚਾਹੀਦੀ ਸੀ ਕਿ 6 ਮਹੀਨੇ ਉਹ ਕਿਰਿਆ ਕਰਨ ਲੱਗੇ ਵੀ ਔਖੇ ਹੁੰਦੇ। ਪਤਾ ਵੀ ਹੈ ਕਿੰਨਾਂ ਨੇ ਸਾੜੇ ਆ। ਗਾਂ ਨੂੰ ਕਿ ਗੁਟਕਾ ਸਾਹਿਬ ਨੂੰ ਸਾੜਨ ਦਾ ਨਾਂ ਨਾ ਲੈਂਦਾ। ਥਾਂ ਥਾਂ ਤੇ ਉਹ ਰਾਜਸਥਾਨ ਦੇ ਵਿੱਚ ਵੇਖੋ ਕੀ ਹੋਇਆ, ਪਤਾ ਵੀ ਆ। ਪਰ ਅਸੀਂ ਬਿਲਕੁਲ ਵੇਸਲੇ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਥਾਂ ਥਾਂ ਤੇ ਅਸੀਂ ਮਾਇਆ ਨਾਲ ਜੁੜ ਗਏ। ਦੂਜੀ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਉਹ ਮੈਂ ਇਹ ਕਰਨ ਲੱਗਿਆ ਵੀ ਵੇਖੋ, ਮੇਰੀ ਗੱਲ ਤੁਹਾਨੂੰ ਕਈ ਵੀਰਾਂ ਨੂੰ ਸਹੀ ਵੀ ਲੱਗੂਗੀ ਤੇ ਕਈ ਵੀਰ ਇਸ ਉੱਪਰ ਟਿੱਪਣੀ ਵੀ ਕਰਨਗੇ। ਇੱਕ ਪਿੰਡ ਦੇ ਵਿੱਚ 2 ਜਾਂ 3 ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਹੋਣੇ ਚਾਹੀਦੇ ਆ। ਹੁਣ ਗੁਰਦੁਆਰਿਆਂ ਦੀਆਂ ਕਮੇਟੀਆਂ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਬੇੜਾ ਗਰਕ ਹੋ ਗਿਆ, ਉਹਨਾਂ ਦਾ ਮਾਇਆ ਨਾਲ ਜੁੜ ਗਈਆਂ। ਹੁਣ ਮੇਰੇ ਨਗਰ ਦੀ ਗੱਲ ਆ, ਤਕਰੀਬਨ 40-50 ਹਜ਼ਾਰ ਗੋਲਕ ਨਿਕਲਦੀ ਆ ਉੱਥੇ। ਆਮ ਪਿੰਡਾਂ ਦੇ ਵਿੱਚ ਕਿੰਨੀ ਕੀ ਜਿਹੜੀ ਉਹ ਗੁਰੂ ਦੀ ਗੋਲਕ ਹੈ, ਕੀ ਉਹ ਗੋਲਕ ਦੇ ਨਾਲ ਕੇਵਲ ਗੁਰਦੁਆਰਿਆਂ ਦੀਆਂ ਇਮਾਰਤਾਂ ਖੜੀਆਂ ਕਰਨੀਆਂ? ਮੈਂ ਇਮਾਰਤਾਂ ਦੇ ਵਿਰੁੱਧ ਵਿੱਚ ਨਹੀਂਗਾ, ਇਮਾਰਤਾਂ ਹੋਣੀਆਂ ਜ਼ਰੂਰੀ ਆ, ਮੈਂ ਕਦੇ ਵਿਰੋਧ ਨਹੀਂ ਕੀਤਾ। 2 ਪੱਖ ਗੱਲ ਕੀਤੀ ਆ, ਭਾਵ ਇੱਧਰ ਵੀ ਤੇ ਉੱਧਰ ਵੀ ਇਮਾਰਤ ਹੋਣੀ ਵੀ ਜ਼ਰੂਰੀ ਹੈ। ਕਿਉਂਕਿ ਜੇ ਪਿੰਡ ਵਿੱਚ ਗੁਰੂ ਘਰ ਨਹੀਂ, ਸੰਗਤ ਕਿੱਥੇ ਜਾਵੇਗੀ? ਲੰਗਰ ਹੋਣਾ ਵੀ ਜ਼ਰੂਰੀ ਆ, ਦੀਵਾਨ ਹਾਲ ਹੋਣੇ ਵੀ ਜ਼ਰੂਰੀ ਆ। ਪਰ ਲੰਗਰ ਵੀ ਬਣ ਗਏ, ਦੀਵਾਨ ਹਾਲ ਵੀ ਬਣ ਗਏ, ਫਰਸਾਂ ਵੀ ਲੱਗ ਗਈਆਂ, ਬਿਲਡਿੰਗਾਂ ਵੀ ਬਣ ਗਈਆਂ, ਸਭ ਕੁਝ ਬਣ ਗਿਆ। ਪਰ ਜਿਹਦੇ ਲਈ ਬਿਲਡਿੰਗਾਂ ਬਣਾ ਰਹੇ, ਹੁਣ ਮੈਂ ਤੁਹਾਨੂੰ ਇੱਕ ਦਲੀਲ ਦਿੰਦਾ। ਮੈਂ ਆਪਣੇ ਘਰ ਦੇ ਵਿੱਚ, ਮੇਰੇ ਲਈ ਘਰ ਬਣਿਆ, ਮੇਰੇ ਲਈ ਸੋਹਣਾ ਮੰਨੋ ਆ ਕਮਰਾ ਬਣਿਆ, ਸੁੰਦਰ ਕਮਰਾ ਬਣ ਗਿਆ, ਮੇਰੇ ਲਈ ਸੋਹਣਾ ਆਸਣ ਲੱਗ ਗਿਆ, ਬੈੱਡ ਲੱਗ ਗਿਆ। ਇਹ ਸਭ ਕੁਝ ਕਿਹਦੇ ਲਈ ਹੋ ਰਿਹਾ? ਮੇਰੇ ਲਈ ਹੋ ਰਿਹਾ। ਪਰ ਜੇ ਮੇਰੇ ਕੋਈ ਆ ਕੇ ਛਿੱਤਰ ਮਾਰੇ, ਮੇਰੇ ਕੋਈ ਚਪੇੜ ਮਾਰੇ, ਮੇਰੇ ਕੋਈ ਪੱਗ ਨੂੰ ਹੱਥ ਪਾਵੇ, ਤੇ ਜਿੰਨੇ ਮੇਰੇ ਸ਼ਰਧਾਲੂ ਹੋਣਗੇ ਜਾਂ ਜਿਹੜੇ ਮੰਨੋ ਮੈਂ ਦਲੀਲ ਦਿੰਨਾ ਮੇਰੇ ਸਿੱਖ ਹੋਣਗੇ, ਉਹਨਾਂ ਨੂੰ ਕਮਰੇ ਬਣਾਉਣ ਦਾ ਕੀ ਫਾਇਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਲਈ ਗੁਰਦੁਆਰਾ ਅਤੀ ਸੁੰਦਰ ਚਾਹੀਦਾ, ਬਹੁਤ ਸੋਹਣੀਆਂ ਪਾਲਕੀਆਂ ਚਾਹੀਦੀਆਂ। ਸਾਡੇ ਗੁਰੂ ਆ, ਰਾਜਾਨ ਰਾਜ ਪਾਨ ਹਨ ਭਾਨ, ਰਾਜਾਂ ਦੇ ਰਾਜਨ ਸਰੂਪ ਹੈ, ਉਹ ਅਸੀਂ ਬਣਾਈਆਂ ਵੀ ਹੈ, ਧੰਨਵਾਦ ਹੈ। ਪਰ ਜਿੱਥੇ ਉਹ ਬਣੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਥਾਂ ਥਾਂ ਤੇ ਹੋਈ ਜਾਂਦੀ ਹੈ। ਗੁਰਦੁਆਰੇ ਜਿਹੜੇ ਪਿੰਡਾਂ ਦੀ ਪ੍ਰਬੰਧਕ ਕਮੇਟੀਆਂ ਜਿਹੜੇ ਮੈਂਬਰ ਆ ਜਾਂ ਜਿਹੜੇ ਪ੍ਰਧਾਨ ਆ, ਉਹਨਾਂ ਨੇ ਕੀ ਕਰਨਾ? ਸੰਗਰਾਂਦ ਵਾਲੇ ਦਿਨ ਗੋਲਕ ਦਾਲੇ ਹੋ ਕੇ ਬੈਠ ਜਾਣਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਥਾ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਨਾਲ ਪੁਰਾਤਨ ਸਮਿਆਂ ਦੇ ਵਿੱਚ 25-25 ਸਿੰਘ ਹੁੰਦੇ ਸੀਗੇ। ਸਾਡੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ ਆ। 10 ਗੁਰੂ ਸਾਹਿਬਾਨਾਂ ਵਿੱਚੋਂ ਇੱਕ ਗੁਰੂ ਸਾਹਿਬਾਨ ਦੇ ਨਾਲ ਉਹਨਾਂ ਸਮਿਆਂ ਵਿੱਚ 25-25 ਸਿੱਖ ਹੁੰਦੇ ਸੀਗੇ ਜਿੱਥੇ ਜਾਂਦੇ ਸੀ। ਤੇ ਅੱਜ ਉਹ ਗੋਲਕ ਦੇ ਵਿੱਚੋਂ 10,000 ਰੁਪਈਆ ਅਸੀਂ ਗੁਰੂ ਘਰ ਲਈ ਨਹੀਂ ਕੱਢ ਸਕਦੇ। 10,000 ਰੁਪਈਆ ਦੇ ਕੇ ਨੌਜਵਾਨ ਵੀਰ ਵੀ ਆ, ਬਜ਼ੁਰਗ ਵੀ ਆ, ਉਹਨਾਂ ਨੂੰ ਕਿਹਾ ਜਾਵੇ ਵੀ ਮਹੀਨੇ ਦਾ ਤੁਹਾਨੂੰ 10-15 ਯਾਰ 15 ਦੇ ਦਿਓ। ਅਸੀਂ ਕਾਹਦੇ ਲਈ ਕਰ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਾਇਆ ਤੇ ਇੰਨੀ ਇਕੱਠੀ ਕਰ ਰਹੇ ਹਾਂ। ਮੈਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ ਵੀ ਗੁਰਦੁਆਰੇ 2 ਕਾਰਜਾਂ ਲਈ ਰਹਿ ਗਏ ਹੁਣ। ਕੋਈ ਗੁਰਦੁਆਰਿਆਂ ਵਿੱਚੋਂ ਸੰਥਿਆ ਨਹੀਂ, ਕੋਈ ਪੰਥਿਆ ਨਹੀਂ, ਕੋਈ ਧਰਮ ਦੀ ਗੱਲ ਨਹੀਂ, ਕੋਈ ਕਥਾ ਦੀ ਗੱਲ ਨਹੀਂ ਗੀ। 2 ਕਾਰਜਾਂ ਲਈ ਗੁਰੂ ਘਰ ਰਹਿ ਕੇ, ਜਾਂ ਤਾਂ ਮਰਗ ਦਾ ਭੋਗ ਤੇ ਜਾਂ ਫਿਰ ਆਨੰਦ ਕਾਰਜ। ਅਸੀਂ ਲੋੜ ਲਈ ਵਰਤੋਂ ਲੱਗ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਬੇੜਾ ਗਰਕ ਹੋ ਜਾਣਾ ਸਾਡਾ, ਵੇਖ ਲਿਓ ਭਲਾ। ਇਹ ਕਮੇਟੀਆਂ, ਜਿੰਨੀਆਂ ਕਮੇਟੀਆਂ ਵਾਲੇ ਕੰਬੇ, ਇਹ ਸਾਰੇ ਚੌੜੇ ਹੋ ਕੇ 15,000 ਰੁਪਏ ਤੇ ਕੋਈ ਦੇਖੋ। ਗੁਰੂ ਗ੍ਰੰਥ, ਅਸੀਂ ਗੁਰੂ ਘਰ ਦੀ ਮਾਇਆ ਕਿਹਦੇ ਲਈ ਵਰਤਣੀ? ਦੱਸੋ ਭਾਈ। ਗਰੀਬ ਲਈ ਅਸੀਂ ਨਹੀਂ ਵਰਤਦੇ,
ਫਿਰ ਇੱਟਾਂ ਲਾਈ ਜਾਂਦੇ ਆ। ਉਸ ਤੋਂ ਬਾਅਦ ਫਿਰ ਵਰਤਨੀ ਕਾਹਦੇ ਲਈ ਦੱਸੋ ਤੁਸੀਂ? ਜਾਂ ਤਾਂ ਸਾਡੀਆਂ ਆਪਣੀਆਂ ਤਿਜੋਰੀਆਂ ਭਰਦੀਆਂ, ਚਲੋ ਜਿਹੜੀਆਂ ਵੱਡੀਆਂ ਕਮੇਟੀਆਂ ਉਹ ਤੇ ਮੰਨਦੇ ਹੀ ਆਪਾਂ ਵੀ ਹਰ ਥਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਝਗੜਾ ਇਸੇ ਗੱਲ ਦਾ ਹੀ, ਹੋਰ ਕਾਹਦਾ। ਤੇ ਜੇ ਅਸੀਂ ਨਹੀਂ ਕਿਸੇ ਲਈ ਵਰਤਣੀ, ਕਿਸੇ ਭਰਾ ਭਰਾਪੇ ਲਈ ਨਹੀਂ ਵਰਤਣੀ, ਤੇ ਗੁਰੂ ਗ੍ਰੰਥ ਸਾਹਿਬ ਲਈ ਤਾਂ ਉਹ ਮਾਇਆ ਵਰਤੀ ਜਾਵੇ ਨਾ। 15,000 ਰੁਪਈਆ ਦਿੱਤਾ ਜਾਵੇ। ਗ੍ਰੰਥੀ ਦਾ ਇਹ ਕੰਮ ਨਹੀਂਗਾ। ਗ੍ਰੰਥੀ ਨਿਤਨੇਮ ਕਰੇ ਜਾਂ ਸਹਿਜ ਪਾਠ ਕਰੇ ਜਾਂ ਸੁਖਮਨੀ ਸਾਹਿਬ ਦੇ ਪਾਠ ਕਰੇ ਜਾਂ ਅਰਦਾਸਾਂ ਕਰੇ ਜਾਂ ਤੁਹਾਨੂੰ ਦੇਖੇ ਕਿ ਜਾਂ ਉਹ ਵਿਚਾਰਾ ਡਿਊਟੀ ਦੇਵੇ ਉੱਥੇ। 4 ਵਜੇ ਉੱਠਣਾ ਕੋਈ ਮਾੜੀ ਮੋਟੀ ਗੱਲ ਨਹੀਂ, 3:30 ਵਜੇ ਉੱਠ ਕੇ ਸਾਰਾ ਕੁਝ ਕਰਨਾ। ਫਿਰ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਗ੍ਰੰਥੀ ਤੇ। ਇੱਕ ਬਕਾਇਦਾ ਪਹਿਰੇਦਾਰ ਰੱਖਿਆ ਜਾਵੇ, ਉਹਨੂੰ ਕਵੇ ਮਹੀਨੇ ਦਾ 15,000 ਰੁਪਏ ਤੇਰੇ ਖਾਤੇ 'ਚ ਪਾਵਾਂਗੇ, ਤੇ ਜੇ ਕੋਈ ਗਲਤੀ ਹੁੰਦੀ ਹੈ ਤੂੰ ਜ਼ਿੰਮੇਵਾਰ। ਕਿਸੇ ਗੁਰਦੁਆਰੇ ਦੇ ਵਿੱਚ ਕਿੰਨੇ ਦੀ ਬੇਅਦਬੀ ਹੋਈ। ਪੰਜਾਬ ਦੇ ਵਿੱਚ ਗਿਣਤੀ ਦੇ ਗੁਰਦੁਆਰੇ ਹੋਣਗੇ ਜਿਨ੍ਹਾਂ ਵਿੱਚ ਪਹਿਰੇਦਾਰ ਆ। ਇਤਿਹਾਸਕ ਗੁਰਦੁਆਰੇ ਛੱਡ ਕੇ ਪਿੰਡੂ ਗੁਰਦੁਆਰਿਆਂ ਵਿੱਚ ਕੋਈ ਉੱਥੇ ਹੁੰਦਾ ਨਹੀਂ, ਕੋਈ ਗੱਲ ਨਹੀਂ, ਕੋਈ ਵਾਸਤਾ ਨਹੀਂ। ਜਿਹੜਾ ਆਉਂਦਾ ਕੈਮਰੇ ਵੀ ਲੱਗੇ ਆ, ਉਹ ਮਹਾਰਾਜ ਦੀ ਬੇਅਦਬੀ ਕਰ ਜਾਂਦਾ। ਲਾਹਨਤ ਤਾਂ ਮੈਂ ਕਹਿੰਦਾ ਸਾਡੇ ਉੱਪਰ, ਇਹ ਲਾਹਨਤ ਪਾਉਣਾ ਮੈਂ ਅੱਜ। ਗੁਰੂ ਸਾਹਿਬ ਨੇ ਤੁਹਾਨੂੰ ਲਾਹਨਤ ਪਾਉਣੀ ਹੈ। ਦਰ ਫੁੱਟੇ ਆ ਸਾਡੇ। ਗੁਰੂ ਅੰਗਦ ਦੇਵ ਮਹਾਰਾਜ ਦੇ ਸਮੇਂ ਗੁਰੂ ਅਮਰਦਾਸ ਮਹਾਰਾਜ ਨੂੰ ਜੋਗੀ ਨੇ ਇੰਨੀ ਗੱਲ ਕਹੀ ਸੀਗੀ। ਜੋਗੀ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਖਹਿਰੇ ਜਾਤ ਦੇ ਜੱਟਾਂ ਨੂੰ ਵੀ ਜਿੱਧਰ ਇਹਨੂੰ ਗੁਰੂ ਸਾਹਿਬ ਨੂੰ ਕੱਢ ਦੋ ਤੇ ਮੀਂਹ ਪਊਗਾ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗਿਆ ਸੀ ਨਾ, ਤੇ ਮਹਾਰਾਜ ਨੇ ਉਹ ਜੋਗੀ ਦੇ ਬੋਟੇ ਬੋਟੇ ਕਰਤੇ ਸੀ। ਇਤਿਹਾਸ ਪੜੋ, ਚੇਤੇ ਰੱਖਿਓ ਇਹ ਗੱਲ ਨੂੰ। ਕਮੇਟੀਆਂ ਜਿਹੜੀਆਂ ਗੁਰੂ ਘਰ ਦੀਆਂ 15,000 ਰੁਪਇਆ ਲਾ ਕੇ ਕੀ ਉੱਥੇ ਉਹ ਰੱਖ ਨਹੀਂ ਸਕਦੇ ਗ੍ਰੰਥ ਆਪਣਾ ਪਹਿਰੇਦਾਰ ਚੰਗਾ ਹੋਵੇ, ਉਹਨੂੰ ਪਹਿਰਾ ਦਿੱਤਾ ਜਾਵੇ। ਬੇਟਾ ਗਰਕ ਹੋ ਗਿਆ ਸਾਡਾ। ਮੈਂ ਅਗਲੀ ਬੇਨਤੀ ਕਰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਿਣਤੀ ਦੇ 3 ਹੋਣੇ ਚਾਹੀਦੇ ਆ। 1 ਪ੍ਰਕਾਸ਼, 2 ਵਾਧੂ। ਦੱਸੋ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਕੁ ਬੱਚੇ ਕਥਾ ਸਿੱਖ ਗਏ ਆ? ਕਿੰਨੇ ਕੁ ਬੱਚਿਆਂ ਨੂੰ ਇੱਕ ਓਂਕਾਰ ਦੇ ਅਰਥਾਂ ਦਾ ਪਤਾ? ਕਿੰਨੇ ਕੁ ਜਿਹੜੇ ਨੌਜਵਾਨ ਬਜ਼ੁਰਗ ਆ ਉਹਨਾਂ ਨੂੰ ਪਤਾ ਵੀ ਇੱਕ ਓਂਕਾਰ ਦੇ ਅਰਥ ਕੀ ਹੁੰਦੇ ਆ? ਕਿਸ ਗੁਰੂ ਘਰ ਦੇ ਵਿੱਚੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋ ਰਹੀ ਅੱਜ? ਇੱਕ ਵੀ ਗੁਰਦੁਆਰਾ ਦੱਸੋ ਮੈਨੂੰ, ਗਿਣਤੀ ਦੇ ਹੋਣਗੇ 100 ਦੇ ਪਿੱਛੇ ਇੱਕ ਹੋਵੇ, ਗੱਲ ਵੱਖਰੀ ਆ। ਨਹੀਂ, ਗਿਣਤੀ ਦੇ ਗੁਰਦੁਆਰੇ ਆ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਸੰਥਿਆ ਪੰਥਿਆ ਚੱਲਦੀ ਆ। ਕੋਈ ਮੇਰੀ ਨਿਗਾਹ ਦੇ ਵਿੱਚ ਕੋਈ ਪਿੰਡ ਵਿੱਚ ਗੁਰਦੁਆਰਾ ਨਹੀਂਗਾ। ਕਾਹਦੇ ਲਈ ਫਿਰ ਇੰਨੇ ਸਰੂਪ ਲਿਆ ਕੇ ਰੱਖੇ ਆ? ਤੁਸੀਂ ਕਹੋਗੇ ਜੀ ਸਹਿਜ ਪਾਠ। ਜ਼ਰੂਰੀ ਨਹੀਂ ਵੀ ਸਹਿਜ ਪਾਠ ਜਿਹੜੇ ਆ 3 ਸ਼ੁਰੂ ਕੀਤੇ ਜਾਣ। ਇੱਕ ਸਹਿਜ ਪਾਠ ਹੋਵੇ ਤੇ ਇੱਕ ਪੁਰਾਤਨ ਸਮਿਆਂ ਦੇ ਵਿੱਚ ਨਾ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਿਸੇ ਦੇ ਘਰ ਹੋਣਾ 6-6 ਮਹੀਨੇ ਲੋਕਾਂ ਨੂੰ ਪਹਿਲਾਂ ਚਾਅ ਚੜ ਜਾਂਦਾ ਸੀਗਾ। ਨਾਲੇ ਖਿੱਚ ਵੇਖੋ ਕਿੰਨੀ ਹੋਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ। ਮੈਨੂੰ ਪਤਾ ਹੋਵੇ ਵੀ 6 ਮਹੀਨਿਆਂ ਬਾਅਦ ਮੇਰੀ ਵਾਰੀ। ਦੇਖੋ ਮੈਂ ਗੱਲ ਹੈਰਾਨ, ਮੈਂ ਸੋਚਦਾ ਹੁੰਨਾ ਵੀ ਅਸੀਂ ਕੇਵਲ ਫਾਰਮੈਲਿਟੀ ਪੂਰੀ ਕਰਨ ਲੱਗ ਗਏ ਹੁਣ। 6 ਮਹੀਨਿਆਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਉਡੀਕ ਹੋਵੇ ਕਿ ਮੇਰੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਉਣਾ। ਵਾਰੀ ਹੋਵੇ 6 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ, ਵੀ ਭਾਈ 3 ਮਹੀਨਿਆਂ ਬਾਅਦ ਤੇਰੇ ਘਰ ਵਿੱਚ ਵਾਰੀ ਆਉਣੀ, ਕਿਉਂਕਿ 2 ਸਰੂਪ ਆ ਮਹਾਰਾਜ ਦੇ। ਖਿੱਚ ਹੋਵੇ ਪੂਰੀ। ਹੁਣ ਜਾਣੇ ਅਗਲੇ ਦਿਨ ਅਖੰਡ ਪਾਠ ਸਾਹਿਬ ਕਿਉਂਕਿ ਸਰੂਪ ਮਹਾਰਾਜ ਦੇ ਨੇ ਲਿਆ ਕੇ ਰੱਖੇ ਆ। ਕੋਈ ਗਿਣਤੀ ਹੈ? ਇੱਕ ਗੱਲ ਯਾਦ ਰੱਖਿਓ, ਇੰਡੀਆ ਦੇ ਵਿੱਚ ਜਾਂ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਬੰਦੇ ਦਾ ਪਤਾ ਵੀ ਕਿਹੜਾ ਬੰਦਾ ਕਿੱਥੇ ਫਿਰਦਾ। ਇੰਡੀਆ ਦੇ ਵਿੱਚ ਵੀ ਜਨਸੰਖਿਆ ਦੀ ਗਿਣਤੀ ਅਸੀਂ ਕਰ ਲੈਂਦੇ ਆ, ਕਰੋੜਾਂ 'ਚ ਜਨਸੰਖਿਆ ਉਹਦੀ ਗਿਣਤੀ ਹੋ ਰਹੀ ਹੈ। ਕੀ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਇਹ ਗਿਣਤੀ ਨਹੀਂ ਕਰ ਸਕਦੀ ਫਲਾਣੇ ਗੁਰੂ ਘਰ ਦੇ ਵਿੱਚ ਇੰਨੇ ਸਰੂਪ ਸੀ ਤੇ ਇੰਨੇ ਉੱਥੇ ਹੈਗੇ ਆ? 3 ਸਰੂਪ ਹੋਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹਰੇਕ ਗੁਰਦੁਆਰੇ ਦੇ ਵਿੱਚ, ਤੇ 3-4 ਮਹੀਨਿਆਂ ਬਾਅਦ ਸ੍ਰੀ ਅਖੰਡ ਪਾਠ ਤੇ ਸਹਿਜ ਪਾਠ ਦੀ ਵਾਰੀ ਆਵੇ। ਫਿਰ ਦੇਖੋ ਸਤਿਕਾਰ ਵੱਧਦਾ ਕਿ ਨਹੀਂ। ਉਹ ਡੈਰੀ ਉੱਪਰ ਸ਼੍ਰੋਮਣੀ ਕਮੇਟੀ ਕੋਲ ਲਿਖੇ ਹੋਣ ਵੀ ਇੱਥੇ 2 ਸਰੂਪ ਹੈ, ਇਸ ਪਿੰਡ ਵਿੱਚੋਂ ਆ ਬੇਅਦਬੀ ਹੋਈ ਹੈ ਭਾਈ। ਫਿਰ ਪੁੱਛਿਆ ਜਾਵੇ ਪ੍ਰਬੰਧਕ ਕਮੇਟੀ ਨੂੰ, ਜੇ ਨਹੀਂ ਪਤਾ, ਪਰ ਬੇਟਾ ਗਰਕ ਹੋਇਆ ਪਿਆ, ਵੋਟਾਂ ਨਾਲ ਜੁੜੇ ਆ ਅਸੀਂ। ਜੇ ਨਹੀਂ ਪਤਾ ਤੇ ਉਹ ਪ੍ਰਬੰਧਕ ਕਮੇਟੀ ਨੂੰ ਨੂੜਿਆ ਜਾਵੇ ਵੀ ਤੈਨੂੰ ਪਤਾ ਨਹੀਂ ਮਹਾਰਾਜ ਦਾ ਸਰੂਪ ਇੱਥੋਂ ਕਿੱਥੇ ਗਿਆ। ਗਿਣਤੀ ਦੀਆਂ ਸੈਂਚੀਆਂ ਹੋਣ। ਦੱਸੋ ਕਿਹੜੇ ਥਾਂ ਤੇ ਅੱਜ ਕਿਹੜੇ ਗੁਰੂ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਵੀ ਕਿੰਨੀਆਂ ਕੁ ਸੈਂਚੀਆਂ ਲੈ ਕੇ ਉੱਥੇ ਜਾ ਕੇ ਦੇਖਦੇ ਆ ਬਜ਼ੁਰਗ ਜਾਂ ਬੱਚੇ ਉੱਥੇ ਬੈਠੇ ਸੰਥਿਆ ਕਰੀ ਜਾਂਦੇ। ਤੁਹਾਡੇ ਨਾਲ ਤਾਂ ਕੰਟਰੀਆਂ ਚੰਗੀਆਂ। ਆਕਲੈਂਡ ਦੇ ਵਿੱਚ 70 ਸਿੰਘਾਂ ਨੇ ਸੰਥਿਆ ਕਰ ਲਈ ਆ। ਹੁਣ ਇੱਥੇ ਟੀਪੁੱਕੀ ਦੇ ਵਿੱਚ ਸਿੱਖ ਸੰਗਤ ਨਾਲ ਜੁੜਦੀ ਨਹੀਂ, ਕਿਰਪਾ ਮਹਾਰਾਜ ਦੀ ਕਿਰਪਾ ਨਾਲ 30-35 ਇੱਥੇ ਸੰਥਿਆ ਕਰਦੇ ਆ। ਕਿਸੇ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਲਓ ਅੱਜ ਵੀ ਕੋਈ ਸੰਥਿਆ ਪੰਥਿਆ ਚੱਲ ਰਹੀ ਹੈ, ਪਰ ਕਾਹਦੇ ਲਈ? ਸਹਿਜ ਪਾਠ ਹੀ ਕਰਾਉਣੇ ਅਸੀਂ, ਅਖੰਡ ਪਾਠ ਹੀ ਕਰਾਉਣੇ, ਉਹ ਵੀ ਸੁਣਦੇ ਨਹੀਂ, ਨਾ ਸਾਨੂੰ ਗਿਆਨ ਨਾਲ ਨਾ ਕੋਈ ਸਾਨੂੰ ਮਤਬਲ ਆ। ਬਸ ਗੁਰੂ ਘਰ ਬਣਿਆ ਤਾਂ ਉਹਦੇ ਵਿੱਚ 2 ਸਰੂਪ ਹੋਣ, ਇੱਕ ਪ੍ਰਕਾਸ਼ ਹੁੰਦਾ ਤੇ 2 ਸਰੂਪ ਦੀ ਵਾਰੀ ਬਾਅਦ ਵਿੱਚ। ਕਿਉਂਕਿ ਜਦੋਂ ਸਾਨੂੰ ਪਤਾ ਹੋਊਗਾ ਨਾ ਵੀ ਮਹਾਰਾਜ ਨੇ 6 ਮਹੀਨਿਆਂ ਬਾਅਦ ਸਾਡੇ ਘਰ ਵਿੱਚ ਆਉਣਾ, ਤੇ ਸਾਡੇ ਅੰਦਰ ਗੁਰੂ ਸਾਹਿਬ ਦੇ ਪ੍ਰਤੀ ਕਸ਼ਿਸ਼ ਹੋਊਗੀ।
ਤੇ ਦੂਜੀ ਮੈਂ ਬੇਨਤੀ ਕਰਦਾ ਸੰਪਰਦਾਵਾਂ ਦੇ ਜਿਹੜੇ ਜਿੰਨੇ ਸੰਪਰਦਾਵਾਂ, ਕਿਉਂਕਿ ਸੰਪਰਦਾਵਾਂ ਨੂੰ ਹੀ ਕਹਿਣਾ ਪੈਣਾ, ਤੇ ਐਸਜੀਪੀਸੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਸਾਹਿਬ, ਕੀ ਹੋ ਗਿਆ ਅੱਜ ਇਹਨਾਂ ਨੂੰ? ਕਿਉਂ ਸਾਡੀ ਬੁੱਧੀ ਤੇ ਪਰਦਾ ਪੈ ਗਿਆ? ਥਾਂ ਥਾਂ ਤੇ ਮੈਨੂੰ ਦੇਖਿਆ ਨਹੀਂ ਜਾਂਦਾ, ਤੁਸੀਂ ਵੀ ਦੇਖਦੇ ਹੀ ਆ, ਮਨ ਦੁਖੀ ਹੁੰਦਾ। ਅਸੀਂ ਤੇ ਭਾਈ ਜਿੰਨੇ ਜੋਗੇ ਹੈਗੇ ਆ ਤੁਹਾਨੂੰ ਵੀਡੀਓ ਦਰ ਹੀ ਹੋਕਾ ਦਿੱਤਾ, ਪਰ ਚੇਤੇ ਰੱਖਿਓ ਜੇ ਇਦਾਂ ਕਰਦੇ ਰਹੇ ਨਾ ਤੇ ਗੁਰੂ ਦੇ ਸਨਮੁਖ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਾਗਦੀ ਜੋਤ ਹੈ, ਜੁੜ ਗਏ ਢਿੱਡ ਨਾਲ ਅਸੀਂ ਸਮੂਹ ਸੰਪਰਦਾਵਾਂ ਜਿਹੜੇ ਹੈਗੇ ਆਗੂ ਤੇ ਜਿਹੜੇ ਸਾਡੇ ਜਥੇਬੰਦੀਆਂ ਤੇ ਜਾਂ ਦੂਜੇ ਤੀਜੇ ਜਿਹੜੇ ਹੈਗੇ ਆ ਸਭ ਛੋਟੀਆਂ ਕਮੇਟੀਆਂ, ਮਤਲਬ ਹੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਗੀ ਤੇ ਹੋਗੀ, ਹੱਦ ਹੋ ਗਈ ਆ। ਅੱਜ ਨੇ ਪੰਜਾਬ ਦੇ ਸੰਤ ਮਹਾਤਮਾ ਮੈਂ ਸਤਿਕਾਰ ਕਰਦਾ, ਇਹ ਨਹੀਂ ਕਹਿੰਦਾ ਮੈਂ ਸਤਿਕਾਰ ਨਹੀਂ ਕਰਦਾ, ਪਰ ਇਸ ਗੱਲ ਤੇ ਮੈਂ ਜ਼ਰੂਰ ਕਹੂੰਗਾ ਜਿੰਨੇ ਪੰਜਾਬ ਦੇ ਸੰਤ ਮਹਾਤਮਾ ਇੱਕ ਸਟੇਜ ਤੇ ਹੋ ਕੇ ਬਹਿ ਜਾਣ, ਜਿੱਥੇ ਮਰਜ਼ੀ ਬਹਿ ਜਾਣ, ਧਰਨਾ ਲਾ ਲੈਣ, ਵੀ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਦੋਸ਼ੀ ਨਹੀਂ ਫੜੇ ਜਾਂਦੇ। ਆ ਪਿੱਛੇ ਜੇ ਲਾਇਆ ਸੀ ਪਰ ਉਹ ਧੰਦੇ 'ਚ ਨਾ ਹੋਵੇ, ਸਭ ਇਕੱਠੇ ਹੋ ਕੇ ਬਹਿ ਜਾਣ, ਜਿੰਨੇ ਵੀ ਹੈਗੇ, ਚਾਹੇ ਰੌੜਾ ਸਾਹਿਬ ਸੰਪਰਦਾਇ ਹੈ ਜਾਂ ਨਾਨਕਸਰ ਸੰਪਰਦਾਇ ਹੈ ਜਾਂ ਬੁੱਢਾ ਦਲ, ਤਰਨਾ ਦਲ, ਬਾਬੇ ਬਕਾਲੀਏ ਸੁਸਾਇਟੀਆਂ ਤੇ ਜਾਂ ਦਮਦਮੀ ਟਕਸਾਲ, ਕੋਈ ਵੀ ਆ, ਸਭ ਇਕੱਠੇ ਹੋ ਕੇ ਬਹਿ ਜਾਣ ਜਿੰਨੇ ਸੰਤ ਹੈ। ਕਿਉਂਕਿ ਇੱਕ ਸੰਤ ਦੇ ਨਾਲ ਮੈਨੂੰ ਪਤਾ ਸਤਿਕਾਰਯੋਗ ਆ, ਮੈਂ ਫਿਰ ਕਹਿੰਦਾ ਮੈਂ ਸਤਿਕਾਰ ਕਰਦਾ, ਇੱਕ ਸੰਤ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜੀ ਆ। ਬਹਿ ਜਾਣ ਇਕੱਠੇ ਹੋ ਕੇ ਗੁਰਮਤਾ ਕਰਨ। ਅਸੀਂ ਗੁਰੂ ਗ੍ਰੰਥ ਸਾਹਿਬ ਦੀ 18ਵੀਂ ਸਦੀ ਇਤਿਹਾਸ ਪੜ੍ਹੋ ਤੁਸੀਂ, ਕੈਸਾ ਇਤਿਹਾਸ ਸਾਡਾ ਸੀਗਾ, ਉਹਨਾਂ ਦਾ ਕੈਸੇ ਗੁਰਮਤੇ ਹੁੰਦੇ ਸੀ ਉਹਨਾਂ ਦੇ। ਜਦੋਂ ਅਬਦਾਲੀ ਵਰਗਾ ਨੇ ਚੜ੍ਹ ਕੇ ਆਉਣਾ ਫਿਰ ਕਹਿਣਾ ਖਾਲਸਾ ਜੀ ਬਦਲਾ ਕਿਵੇਂ ਲੈਣਾ ਦੱਸੋ ਤੁਸੀਂ। ਸਾਰੇ ਸੰਤ ਮਹਾਤਮਾ ਇਕੱਠੇ ਹੋ ਜਾਣ ਤੇ ਸੰਗਤ ਨੂੰ ਕਹਿ ਦੇਣ ਆਜੋ ਸੰਗਤ ਜੀ, ਤੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਹਿੱਲ ਜੂਗੀ ਫੜ ਕੇ। ਤੁਹਾਡੇ ਯਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਆ, ਸੋਚੋ ਕੁਝ। ਇਹ ਜਥੇਬੰਦੀਆਂ ਦੇ ਆਗੂਆਂ ਨੂੰ ਸੰਗਤ ਦੀ ਨਹੀਂ ਕਮੀ, ਸੰਗਤ ਵਿਚਾਰੀ ਉਦੋਂ ਕੋਟਕਪੁਰ ਦੇ ਧਰਨੇ ਵੇਲੇ ਮੈਨੂੰ ਪਤਾ ਬਹੁਤ ਆਈ ਸੀਗੀ, ਸੰਗਤ ਦੀ ਕਮੀ ਨਹੀਂ। ਜਥੇਬੰਦੀਆਂ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਤੇ ਜਿਹੜੇ ਸਾਡੇ ਅਕਾਲ ਤਖਤ ਜਥੇਦਾਰ ਸਤਿਕਾਰਯੋਗ ਆ, ਪਰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੁਨੇਹ ਨਹੀਂ ਰਹਿ ਗਿਆ। ਤੇ ਇੱਕ ਗੰਦਾ ਕੀੜਾ ਉੱਠਿਆ, ਮੈਨੂੰ ਇਹ ਵੀ ਗੱਲ ਕਹਿਣੀ ਪੈਣੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਜਾਂਦੀ ਤੇ ਜਾਣਦਾ ਦੇ ਕਿੱਦਾਂ ਮਨਾ ਰਿਹਾ। ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀਡੀਓ ਵਿੱਚ ਪਹਿਲੀ ਵੀਡੀਓ ਦੱਸਦੀ ਆਈ ਸੀ, ਚੇਤੇ ਰੱਖਿਓ। ਅੱਜ ਤੋਂ ਤਕਰੀਬਨ 3.5 ਸਾਲ ਪਹਿਲਾਂ ਜਦੋਂ ਭੋਰਾ ਸਾਹਿਬ ਦੇ ਵਿਰੁੱਧ ਵਿੱਚ ਬੋਲਿਆ ਸੀ, ਮੈਂ ਯੂਪੀ ਪ੍ਰਚਾਰ ਵੀ ਕਰਨ ਗਿਆ ਸੀ। ਇਹਨੇ ਕਿਹਾ ਸੀਗਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਪੱਸਿਆ ਨਹੀਂ ਕੀਤੀ ਗਈ, ਤੇ ਮੈਂ ਯੂਪੀ 'ਚ ਪ੍ਰਚਾਰ ਕਰਨ ਗਿਆ। ਨੌਜਵਾਨ ਮੇਰੇ ਨਾਲ ਨਾਰਾਜ਼ ਵੀ ਹੋਏ ਸੀ। ਮੈਂ ਕਿਹਾ ਵੀ ਇਹ ਗਲਤ ਬੋਲਿਆ, ਆਉਣ ਵਾਲੇ ਸਮੇਂ ਵਿੱਚ ਦੇਖੋ ਇਹਨੇ ਕੀ ਕੁਝ ਕਰਨਾ। ਸਰਸਲ ਦੀ ਕਾਪੀ ਤੇ ਚੱਲਿਆ ਕਿ ਨਹੀਂ ਚੱਲਿਆ। ਮਹਾਰਾਜ ਤਾਂ ਕਹਿ ਲਿਆ ਵੀ ਕਿਹੜਾ ਸਿੱਖੀ ਦੇ ਸਿਧਾਂਤ ਵਿੱਚ ਜਨਮ ਬਣਾਉਣਾ ਕੋਈ ਹੈ ਨਹੀਂਗਾ। ਸੁੱਤ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਨਬਦ ਘਟਤ ਹੈ। ਮਸਕੀਨ ਸਭ ਕਹਿੰਦੇ ਹੁੰਦੇ ਸੀ ਕਿਹੜਾ ਜਨਮ ਦਿਨ, ਅਸੀਂ ਤਾਂ ਘਟ ਰਹੇ ਹਾਂ ਦਿਨੋਂ ਦਿਨ। ਤੇ ਵੇ ਕਿੱਦਾਂ ਬੁਲਬੁਲੇ ਲਾ ਕੇ ਤੇ ਕਿੱਦਾਂ ਕੇਕ ਕੱਟੇ, ਕੀ ਹਾਲ ਚੰਗੇ ਲੱਗਦੇ ਇਦਾਂ ਦੇ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਚਖਾਏ। ਲਾਹਣਤ ਆ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ, ਅੱਜ ਲਾਹਣਤ ਕਹੂੰਗਾ ਦੁੱਖ ਨਾਲ। ਕੀ ਹੋ ਗਿਆ? ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਈ ਆ। ਆ ਵਿਚਾਰੇ ਨੌਜਵਾਨ ਸਿੱਖ ਸੰਗਤ ਉਹ ਉੱਠੂਗੀ ਮੈਨੂੰ ਪਤਾ, ਪਰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਕਿਰਪਾ ਕਰੋ ਕਿ ਸਾਨੂੰ ਬਾਬਾ ਜਰਨੈਲ ਸਿੰਘ ਵਰਗਾ ਆਗੂ ਮਿਲ ਜਾਵੇ। ਅੱਜ ਸਾਨੂੰ ਅੱਜ ਆਗੂ ਮਿਲ ਜੇ, ਹੱਦ ਹੋਈ ਪਈ ਆ। ਨਾਲੇ ਇਹ ਨਾ ਸੋਚੋ ਵੀ ਨੁਕਸਾਨ ਹੋਊਗਾ। ਪਹਿਲੀ ਗੱਲ ਤਾਂ ਨੁਕਸਾਨ ਤੋਂ ਡਰਨਾ ਹੀ ਕਿਵੇਂ? ਗੁਰੂ ਗ੍ਰੰਥ ਸਾਹਿਬ ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬਹਿ ਗਈਆਂ ਕੋਈ ਨੁਕਸਾਨ ਨਹੀਂ ਹੋਣਾ। ਨਾਸੀ ਧੂਆਂ ਉਦੋਂ ਆ ਗਿਆ ਸੀਗਾ ਪੰਜਾਬ ਸਰਕਾਰ ਦੇ ਪਿਛਲੇ ਜਦੋਂ ਕੋਟਕਪੁਰ ਧਰਨੇ ਲੱਗੇ ਸੀਗੇ। ਇਹ ਤਾਂ ਆਗੂ ਫਿਰ ਗੰਦੇ ਨਿਕਲ ਗਏ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਭਾਈ, ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਇਹਨੂੰ ਰੋਕਣ ਦੇ ਲਈ ਇਹੀ ਕੁਝ ਕਰਨਾ ਪੈਣਾ, ਇਕੱਠਿਆਂ ਹੋਣਾ ਪੈਣਾ। ਜਿੰਨਾ ਚਿਰ ਨਹੀਂ ਇਕੱਠੇ ਹੁੰਦੇ ਤੇ ਜਦੋਂ ਆਪੋ ਧਾਪੀ ਵਜਾਈ ਚੱਲਾਂਗੇ। ਭਾਈ ਗੁਰਦਾਸ ਨੇ ਕਿਹਾ ਵੀ ਆਪੋ ਧਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਵੇ, ਫਿਰ ਤਾਂ ਆਹੀ ਕੁਝ ਦੇਖਦੇ ਆ, ਡੁੱਬੇ ਪਏ ਆ। ਹੁਣ ਕਈ ਸੰਗਾਂ ਨੇ ਮੈਨੂੰ ਪਤਾ ਵੀ ਇਹਦੇ ਵਿੱਚ ਕਮੈਂਟ ਕਰਨੇ ਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਮੈਂ ਫਿਰ ਕਹਿਣਾ 2 ਸਰੂਪ ਮਹਾਰਾਜ ਦੇ ਹੋਣ, ਲਿਖਤੀ 'ਚ ਹੋਵੇ ਸਾਰਾ ਕੁਝ। ਐ ਕਿਵੇਂ ਬੇਅਦਬੀ ਹੋ ਜੂਗੀ ਯਾਰ? ਜੇ ਕਿਤੇ ਹੁੰਦੀ ਆ, ਹਾਂ ਭਾਈ ਤੇਰੇ ਕੋਲ ਹੋਈ ਆ। ਸੋ ਇਹ ਮੇਰੀ ਬੇਨਤੀ ਆ, ਇਹ ਵੀਡੀਓ ਅੱਗੇ ਵੱਧ ਤੋਂ ਵੱਧ ਭੇਜਿਓ ਤਾਂ ਕਿ ਉਹਨਾਂ ਤੱਕ ਪਹੁੰਚ ਜਾਵੇ, ਜਿਹੜੇ ਸਾਡੇ ਆਗੂ ਆ ਤੇ ਸੰਗਤ ਤੱਕ ਵੀ ਪਹੁੰਚੇ। ਅੱਜ ਫਿਰ ਮੈਂ ਕਹਿਣਾ ਵੀ ਇਹਨਾਂ ਲੋਕਾਂ ਨੂੰ ਲਾਹਣਤਾਂ ਪੈਣੀਆਂ, ਮੇਰੇ ਵੱਲੋਂ ਨਹੀਂ ਪੈਣੀਆਂ, ਗੁਰੂ ਸਾਹਿਬ ਵੱਲੋਂ ਪੈਣੀਆਂ। ਤੁਹਾਡੇ ਸੰਗਤ ਵੱਲੋਂ ਤਾਂ ਪੈ ਹੀ ਰਹੀਆਂ ਅੱਜ, ਪਰ ਗੁਰੂ ਸਾਹਿਬ ਵੱਲੋਂ ਵੀ ਪੈਣੀਆਂ।
ਢਿੱਡ ਮੂਰੇ ਰੱਖ ਲਿਆ, ਚੌਧਰ ਮੂਰੇ ਰੱਖ ਲਈ, ਜਥੇਦਾਰੀ ਮੂਰੇ ਰੱਖ ਲਈ, ਮਾਇਆ ਧਨ ਮੂਰੇ ਰੱਖ ਲਿਆ, ਆਗੂ ਮੂਰੇ ਰੱਖ ਲਿਆ, ਧਨ ਗੋਲਕਾਂ ਮੂਰੇ ਰੱਖ ਲਈਆਂ, ਦੰਦ ਕੱਢੀ ਜਾਂਦੇ ਆ ਸਾਰੇ ਰਲ ਮਿਲ ਕੇ, ਬਸ ਕੋਈ ਫਿਕਰ ਹੀ ਨਹੀਂ ਕਿਸੇ ਨੂੰ। ਭਰਾਵੋ ਮਹਾਰਾਜ ਦੀ ਪੱਗ ਲਈ ਜਾਂਦੀ ਹੈ, ਸੋਚੋ ਕੁਝ ਮਾੜਾ ਮੋਟਾ। ਜਿਹੜੇ ਵਿਚਾਰੇ ਨਿੱਕੇ ਆ, ਨਿੱਕੇ ਸਾਡੇ ਵਰਗੇ ਗਿਆਨੀ ਜਾਂ ਛੋਟੇ ਆ, ਉਹ ਨਹੀਂ ਵਿਚਾਰੇ ਕੁਝ ਕਰ ਸਕਦੇ ਤੇ ਬੋਲ ਸਕਦੇ ਆ। ਅਸੀਂ ਬੋਲਤਾ ਸੀ ਕੀ ਕਰ, ਸਾਡੇ ਮਗਰ ਕਿਹਨੇ ਲੱਗਣਾ? ਤੁਹਾਡੀਆਂ ਜਿਹੜੇ ਆਗੂ ਆ ਉਹਨਾਂ ਮਗਰ ਸੰਗਤ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।